परम सन्मानियो गुरु रूप गुरु खालसा साध संगत जी, वाहिगुरु जी का खालसा वाहिगुरु जी की फतेह। ਧੰਨ ਧੰਨ ਬਾਬਾ ਸ਼੍ਰੀ ਚੰਦ ਜੀ ਦਾ ਸੰਪੂਰਨ ਜੀਵਨ ਆਪਣੇ ਗੁਰੂ ਪਿਤਾ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਦਰਸਾਏ ਹੋਏ ਮਾਰਗ ਤੇ ਚੱਲਦਿਆਂ ਬਤੀਤ ਹੋਇਆ। ਬਾਬਾ ਸ਼੍ਰੀ ਚੰਦ ਜੀ ਨੇ ਜਗਤ ਨੂੰ ਸਤ ਕਰਤਾਰ ਦੇ ਨਾਮ ਨਾਲ ਜੋੜਿਆ ਅਤੇ ਗੁਰੂ ਪਿਤਾ ਸਤਿਗੁਰੂ ਨਾਨਕ ਸਾਹਿਬ ਜੀ ਦੀ ਜੁਗਤ ਨੂੰ ਅਪਣਾਉਂਦਿਆਂ 16-17 ਹਜ਼ਾਰਾਂ ਮੀਲ ਦਾ ਸਫ਼ਰ ਤੈਅ ਕਰਦਿਆਂ ਦਿੱਲੀ, ਆਗਰਾ, ਰਿਸ਼ੀਕੇਸ਼, ਸਿੰਧ, ਹਰਿਦੁਆਰ, ਅਯੋਧਿਆ, ਕਸ਼ਮੀਰ, ਅਫਗਾਨਿਸਤਾਨ, ਨੇਪਾਲ, ਜਗਨਨਾਥਪੁਰੀ, ਮੁਲਤਾਨ, ਕਾਨਪੁਰ, ਸ਼੍ਰੀਨਗਰ, ਬਨਾਰਸ ਆਦਿ ਸਥਾਨਾਂ 'ਤੇ ਪਹੁੰਚ ਕੇ ਲੋਕਾਈ ਨੂੰ ਸੱਚੇ ਦਾ ਗਿਆਨ ਕਰਵਾਇਆ ਅਤੇ ਆਪਣੇ ਮਿੱਠੇ ਬੋਲਾਂ ਦੇ ਨਾਲ ਗੁਰਬਾਣੀ ਦਾ ਪ੍ਰਚਾਰ ਕਰਦਿਆਂ ਤਪਦੇ ਹਿਰਦਿਆਂ ਨੂੰ ਸ਼ਾਂਤ ਕੀਤਾ। ਉਹਨਾਂ ਨੇ ਲੋਕਾਂ ਦੀਆਂ ਦੁੱਖ ਤਕਲੀਫਾਂ ਨੂੰ ਖੁਦ ਆਪਣੇ ਤੇ ਹੰਢਾਇਆ, ਵੰਡਾਇਆ ਤੇ ਮਿਟਾਇਆ। ਸਤਿਗੁਰੂ ਨਾਨਕ ਪਾਤਸ਼ਾਹ ਜੀ ਨੇ ਬਾਬਾ ਸ਼੍ਰੀ ਚੰਦ ਸਾਹਿਬ ਜੀ ਨੂੰ ਆਪ ਸਤਿਨਾਮ ਦਾ ਮੰਤਰ ਦਿੱਤਾ, ਜਿਸ ਨੂੰ ਬਾਬਾ ਜੀ ਨੇ ਸੰਸਾਰ ਵਿੱਚ ਵੰਡਿਆ। ਜਦੋਂ ਸਤਿਗੁਰੂ ਨਾਨਕ ਪਾਤਸ਼ਾਹ ਜੀ ਨੇ ਅਵਤਾਰ ਧਾਰਿਆ ਤਾਂ ਸਤਿਗੁਰੂ ਜੀ ਆਪ ਨਾਰਾਇਣ ਪਾਤਸ਼ਾਹ ਜੀ ਦੇ ਸਰੂਪ ਵਿੱਚ ਆਏ ਤੇ ਉਸ ਵਕਤ ਗੁਰਬਚਨੀ ਬਾਹਰ ਘਰ ਏਕੋ ਨਾਨਕ ਪਿਆ ਉਦਾਸੀ ਦੀ ਭਾਵਨਾ ਸਾਹਮਣੇ ਆਈ। ਸਤਿਗੁਰੂ ਨਾਨਕ ਪਾਤਸ਼ਾਹ ਜੀ ਉਦਾਸੀ ਸਰੂਪ ਦੇ ਵਿੱਚ ਹੀ ਸੰਸਾਰ ਵਿੱਚ ਪ੍ਰਗਟ ਹੋਏ ਅਤੇ ਅੱਗੋਂ ਇਹ ਉਦਾਸੀ ਸਰੂਪ ਸਤਿਗੁਰੂ ਨਾਨਕ ਪਾਤਸ਼ਾਹ ਜੀ ਨੇ ਬਾਬਾ ਸ਼੍ਰੀ ਚੰਦ ਜੀ ਨੂੰ ਬਖਸ਼ਿਸ਼ ਕਰ ਦਿੱਤਾ। ਧੰਨ ਬਾਬਾ ਸ਼੍ਰੀ ਚੰਦ ਜੀ ਦੀ ਵਿਚਾਰਧਾਰਾ ਉਹੀ ਸੀ ਜੋ ਉਹਨਾਂ ਦੀ ਝੋਲੀ ਵਿੱਚ ਸਤਿਗੁਰੂ ਨਾਨਕ ਪਿਤਾ ਜੀ ਨੇ ਬਖਸ਼ਿਸ਼ ਕੀਤੀ ਅਤੇ ਸਿੱਖਿਆ ਵੀ ਉਹੀ ਸੀ ਜਿਸ ਦੀ ਸਤਿਗੁਰੂ ਨਾਨਕ ਪਾਤਸ਼ਾਹ ਜੀ ਨੇ ਬਾਬਾ ਸ਼੍ਰੀ ਚੰਦ ਜੀ ਤੇ ਮਿਹਰ ਕੀਤੀ ਸੀ। ਪਹਿਲੇ 6 ਸਿੱਖ ਗੁਰੂ ਸਾਹਿਬਾਨਾਂ ਦੇ ਨਾਲ ਬਾਬਾ ਸ਼੍ਰੀ ਚੰਦ ਜੀ ਦੀ ਪਿਆਰ ਭਰੀ ਸਾਂਝ ਦਾ ਇਹੀ ਵਡਮੁੱਲਾ ਕਾਰਨ ਸੀ, ਕਿਉਂਕਿ ਬਾਬਾ ਜੀ ਸਿੱਖ ਸੰਗਤਾਂ ਤੱਕ ਉਹੀ ਸੰਦੇਸ਼ ਪਹੁੰਚਾ ਰਹੇ ਸਨ ਜਿਸ ਦਾ ਆਧਾਰ ਹੀ ਗੁਰਬਾਣੀ ਸੀ। ਜਗਤ ਨੂੰ ਤਾਰਨ ਵਾਸਤੇ ਸਤਿਗੁਰੂ ਨਾਨਕ ਪਾਤਸ਼ਾਹ ਜੀ ਨੇ ਆਪਣੀਆਂ ਯਾਤਰਾਵਾਂ ਦੀ ਆਰੰਭਤਾ ਉਦਾਸੀ ਭੇਖ ਧਾਰ ਕੇ ਕੀਤੀ। ਇਸੇ ਕਰਕੇ ਸਤਿਗੁਰੂ ਨਾਨਕ ਪਾਤਸ਼ਾਹ ਜੀ ਵੱਲੋਂ ਵੱਖ-ਵੱਖ ਸਮੇਂ 'ਤੇ ਕੀਤੀਆਂ ਯਾਤਰਾਵਾਂ ਨੂੰ ਉਦਾਸੀਆਂ ਕਿਹਾ ਜਾਂਦਾ ਹੈ। ਜਿਸ ਤਰ੍ਹਾਂ ਕਿ ਭਾਈ ਗੁਰਦਾਸ ਜੀ ਦੇ ਬਚਨ ਹਨ, ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤ ਚਲਾਈ, ਚੜ੍ਹਿਆ ਸੋਧਣ ਧਰਤ ਲੋਕਾਈ। ਸਤਿਗੁਰੂ ਨਾਨਕ ਪਾਤਸ਼ਾਹ ਜੀ ਨੇ ਉਦਾਸੀ ਭੇਖ ਦੇ ਮਹੱਤਵ ਨੂੰ ਜਾਣਦਿਆਂ ਇਸ ਨੂੰ ਜਾਰੀ ਰੱਖਣ ਦਾ ਫੈਸਲਾ ਕੀਤਾ ਅਤੇ ਇਸ ਦੀ ਸੌਂਪਣਾ ਬਾਬਾ ਸ਼੍ਰੀ ਚੰਦ ਜੀ ਨੂੰ ਕਰ ਦਿੱਤੀ, ਕਿਉਂਕਿ ਉਸ ਸਮੇਂ ਧਰਮ ਦੇ ਖੇਤਰ ਵਿੱਚ ਪੁਜਾਰੀਆਂ, ਜੋਗੀਆਂ ਅਤੇ ਸੰਨਿਆਸੀਆਂ ਦੇ ਵਿੱਚ ਕਈ ਪ੍ਰਕਾਰ ਦੀਆਂ ਊਣਤਾਈਆਂ ਆ ਚੁੱਕੀਆਂ ਸਨ ਅਤੇ ਇਹ ਲੋਕ ਧਰਮ ਦੇ ਮਾਰਗ ਤੋਂ ਹਟ ਕੇ ਅਧਰਮ ਦੇ ਰਸਤੇ ਤੇ ਚੱਲ ਰਹੇ ਸਨ। ਭਾਈ ਬਾਲਾ ਜੀ ਅਤੇ ਮਰਦਾਨਾ ਜੀ ਸਤਿਗੁਰੂ ਨਾਨਕ ਪਾਤਸ਼ਾਹ ਜੀ ਨਾਲ ਜਦੋਂ ਕੈਲਾਸ਼ ਪਰਬਤ ਤੇ ਪਹੁੰਚੇ ਤਾਂ ਸਤਿਗੁਰੂ ਨਾਨਕ ਪਾਤਸ਼ਾਹ ਜੀ ਨੇ ਦੇਖਿਆ ਸਿੱਧ ਸਭਾ ਕਰ ਆਸਨ ਬੈਠੇ ਤਾਂ ਸਤਿਗੁਰੂ ਜੀ ਨੇ ਸਭ ਸਿੱਧ ਮੰਡਲੀ ਦਾ ਸਤਿਕਾਰ ਕਰਦਿਆਂ ਆਖਿਆ, ਸੰਤ ਸਭਾ ਜੈਕਾਰੋ। ਇਹ ਸੁਣ ਕੇ ਗੋਰਖਨਾਥ ਨੇ ਕਿਹਾ, ਆਦੇਸ ਆਦੇਸ ਨਾਨਕ ਤਪਾ ਜੀ, ਆਓ ਬੈਠੋ। ਜਦੋਂ ਸਤਿਗੁਰੂ ਨਾਨਕ ਸਾਹਿਬ ਜੀ ਬੈਠ ਗਏ ਤਾਂ ਸਿੱਧ ਮੰਡਲੀ ਨਾਲ ਗਿਆਨ ਚਰਚਾ ਯਾਨੀ ਕਿ ਸਿੱਧ ਗੋਸ਼ਟ ਸ਼ੁਰੂ ਹੋ ਗਈ। ਉਸ ਵਕਤ ਬਾਬਾ ਸ਼੍ਰੀ ਚੰਦ ਜੀ ਸਮਾਧੀ ਵਿੱਚ ਬੈਠੇ ਹੋਏ ਸਨ। ਆਪ ਜੀ ਨੇ ਆਪਣੇ ਆਤਮਿਕ ਬਲ ਨਾਲ ਪਵਨ ਰੂਪ ਹੋ ਕੇ ਕੈਲਾਸ਼ ਪਰਬਤ ਤੇ ਪਹੁੰਚ ਗਏ ਅਤੇ ਗੁਰੂ ਪਿਤਾ ਸਤਿਗੁਰੂ ਨਾਨਕ ਪਾਤਸ਼ਾਹ ਜੀ ਨੂੰ ਨਮਸਕਾਰ ਕੀਤੀ ਅਤੇ ਸਤਿਗੁਰੂ ਜੀ ਦੇ ਪਾਸ ਹੀ ਗਿਆਨ ਚਰਚਾ ਸੁਣਨ ਵਾਸਤੇ ਬੈਠ ਗਏ। ਸਤਿਗੁਰੂ ਨਾਨਕ ਪਾਤਸ਼ਾਹ ਜੀ ਸਾਹਮਣੇ ਗੋਰਖਨਾਥ ਆ ਗਿਆ ਤਾਂ ਸਿੱਧਾ ਨੇ ਕਿਹਾ, ਤਪਾ ਜੀ, ਤੁਸੀਂ ਯੋਗੀਆਂ ਦਾ ਭੇਸ ਧਾਰ ਕੇ ਗੁਰੂ ਗੋਰਖ ਤੋਂ ਮੰਤਰ ਲੈ ਲਓ। ਤਾਂ ਸਤਿਗੁਰੂ ਨਾਨਕ ਪਾਤਸ਼ਾਹ ਜੀ ਨੇ ਕਿਹਾ, ਸਿੱਧੋ, ਸਾਡਾ ਗੁਰੂ
ਨਿਰੰਕਾਰ ਜੀ ਤਿੰਨ ਕਾਲ ਸਤ ਹੈ। ਫਿਰ ਨਾਥਾਂ ਨੇ ਸਵਾਲ ਕੀਤਾ, ਕੌਣ ਗੁਰੂ ਕਿਸਕਾ ਤੂੰ ਚੇਲਾ? ਸਤਿਗੁਰੂ ਨਾਨਕ ਪਾਤਸ਼ਾਹ ਜੀ ਨੇ ਫਰਮਾਇਆ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਅਕਾਲ ਪੁਰਖ ਤਿੰਨਾਂ ਕਾਲਾਂ ਅੰਦਰ ਸਤ ਹੈ, ਸਰਵ ਵਿਆਪਕ ਸਿਫਤੀ ਦਾ ਭੰਡਾਰ ਹੈ। ਜਿਸ ਦੀ ਕਿਰਪਾ ਨਾਲ ਮਾਇਆ ਦਾ ਬਲ ਨਹੀਂ ਪੈਂਦਾ, ਉਹੀ ਮੇਰਾ ਗੁਰੂ ਹੈ। ਗੋਰਖਨਾਥ ਐਸਾ ਉੱਤਰ ਸੁਣ ਕੇ ਚੁੱਪ ਹੋ ਗਿਆ। ਉਸਨੇ ਝੰਗਰਨਾਥ ਨੂੰ ਕਿਹਾ ਕਿ ਉਹ ਅੰਮ੍ਰਿਤ ਦਾ ਪਿਆਲਾ ਭਰ ਕੇ ਲਿਆਵੇ। ਝੰਗਰਨਾਥ ਗੋਰਖਨਾਥ ਦੇ ਇਸ਼ਾਰੇ ਨੂੰ ਸਮਝ ਕੇ ਸ਼ਰਾਬ ਦਾ ਪਿਆਲਾ ਭਰ ਕੇ ਲਿਆ ਅਤੇ ਸਤਿਗੁਰੂ ਨਾਨਕ ਪਾਤਸ਼ਾਹ ਜੀ ਦੇ ਅੱਗੇ ਰੱਖ ਦਿੱਤਾ। ਸਤਿਗੁਰੂ ਜੀ ਨੇ ਕਿਹਾ, ਝੰਗਰਨਾਥ, ਅਸੀਂ ਪਹਿਲਾਂ ਹੀ ਨਿਰੰਕਾਰ ਦੇ ਨਾਮ ਸ਼ਬਦ ਦਾ ਪਿਆਲਾ ਪੀਤਾ ਹੋਇਆ ਹੈ, ਇਸ ਨੂੰ ਵਾਪਸ ਲੈ ਜਾ। ਸਭ ਯੋਗੀਆਂ ਦੀ ਹਾਰ ਹੁੰਦੀ ਦੇਖ ਕੇ ਮੰਗਲਨਾਥ ਨੇ ਬਹੁਤ ਖੁਸ਼ੀ ਮਨਾਈ ਅਤੇ ਯੋਗੀ ਘੁੱਗੂਨਾਥ ਨੇ ਸਤਿਗੁਰੂ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ। ਇਸ ਗੋਸ਼ਟ ਦੇ ਵਿੱਚ ਚੰਬਾਨਾਥ ਯੋਗੀ ਵੀ ਸੀ। ਉਸਨੇ ਵੀ ਸਤਿਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਅਤੇ ਦਰਸ਼ਨ ਕਰਕੇ ਨਿਹਾਲੋ ਨਿਹਾਲ ਹੋ ਗਿਆ। ਗੋਪੀਨਾਥ ਨੇ ਵੀ ਖੁਸ਼ੀਆਂ ਮਨਾਈਆਂ ਅਤੇ ਇੱਕ ਦੂਜੇ ਨੂੰ ਕਹਿਣ ਲੱਗੇ ਕਿ ਸਾਡੇ ਧੰਨ ਭਾਗ ਹਨ ਜੋ ਸਤਿਗੁਰੂ ਨਾਨਕ ਪਾਤਸ਼ਾਹ ਜੀ ਨੇ ਆਪ ਆ ਕੇ ਦਰਸ਼ਨ ਦਿੱਤਾ ਹੈ ਅਤੇ ਸਾਨੂੰ ਨਿਹਾਲ ਕੀਤਾ ਹੈ। ਜਦੋਂ ਸਤਿਗੁਰੂ ਜੀ ਦੀਆਂ ਯੋਗੀ ਐਸੀਆਂ ਸਿਫਤਾਂ ਕਰ ਰਹੇ ਸਨ ਤਾਂ ਊਰਮ, ਧੂਰਮ, ਕਣਕ, ਸੁਰਤ ਅਤੇ ਨਿਰਦ ਸਿੱਧਾਂ ਨੇ ਆਪਣੀਆਂ ਸ਼ਕਤੀਆਂ ਦਾ ਪ੍ਰਯੋਗ ਕਰਨਾ ਸ਼ੁਰੂ ਕਰ ਦਿੱਤਾ। ਉਹ ਮਿਰਗਾਨੀਆਂ, ਮੁੰਦਰਾਂ, ਖੜਾਵਾਂ, ਬਿਰਾਗਣਾ, ਤੂਬੇ, ਫਰੂਏ ਆਕਾਸ਼ ਅੰਦਰ ਉਡਾਉਣ ਲੱਗ ਪਏ। ਸਤਿਗੁਰੂ ਨਾਨਕ ਸਾਹਿਬ ਜੀ ਸਭ ਕੁਝ ਦੇਖਦੇ ਰਹੇ। ਫਿਰ ਹਜ਼ੂਰ ਨੇ ਆਪਣੀ ਖੜਾਮ ਨੂੰ ਹੁਕਮ ਦਿੱਤਾ, ਉਡੋ ਕੌਸ ਹਮਾਰੀ, ਸਿੱਧ ਦੇਖੇ ਸ਼ਕਤ ਤੁਮਹਾਰੀ। ਖੜਾਮ ਆਕਾਸ਼ ਵਿੱਚ ਉੱਡੀ ਅਤੇ ਸਿੱਧਾਂ ਵੱਲੋਂ ਆਕਾਸ਼ ਵਿੱਚ ਉਡਾਈਆਂ ਗਈਆਂ ਮਿਰਗਾਨੀਆਂ, ਮੁੰਦਰਾਂ, ਖੜਾਵਾਂ, ਬਿਰਾਗਣਾ, ਤੂਬੇ, ਫਰੂਏ ਦੇ ਜਾ ਕੇ ਵੱਜੀ। ਸਾਰੀਆਂ ਵਸਤਾਂ ਹੀ ਧਰਤੀ ਤੇ ਡਿੱਗ ਪਈਆਂ ਅਤੇ ਸਿੱਧਾਂ ਦੀ ਸ਼ਕਤੀ ਨੂੰ ਖਤਮ ਕਰ ਦਿੱਤਾ। ਸਿੱਧ ਸਤਿਗੁਰੂ ਨਾਨਕ ਪਾਤਸ਼ਾਹ ਜੀ ਦਾ ਆਤਮਿਕ ਬਲ ਦੇਖ ਕੇ ਬੜੇ ਹੈਰਾਨ ਹੋਏ। ਯੋਗੀ ਮੰਗਲਨਾਥ ਤੋਂ ਰਿਹਾ ਨਾ ਗਿਆ। ਉਸਨੇ ਗੋਰਖਨਾਥ ਨੂੰ ਕਿਹਾ, ਨਾਥ ਜੀ, ਦੇਖਿਆ ਨਾਨਕ ਤਪਾ ਜੀ ਦਾ ਬਲ? ਤਾਂ ਗੁਰੂ ਗੋਰਖਨਾਥ ਨੇ ਸਤਿਗੁਰੂ ਨਾਨਕ ਜੀ ਨੂੰ ਕਿਹਾ, ਤੁਸੀਂ ਮੁੰਦਰਾਂ ਪਹਿਨ ਲਓ, ਝੋਲੀ ਲਵੋ, ਮਸਤਕ ਤੇ ਧੂੜ ਲਾਓ, ਹੱਥ ਵਿੱਚ ਫੌੜੀ ਡੰਡਾ ਰੱਖੋ ਤੇ ਨਾਦ ਵਜਾਓ। ਸਾਡੇ ਸਿੱਧਾਂ ਨਾਥਾਂ ਦੇ ਨਾਲ ਰਲ ਕੇ ਰਹੋ। ਇਹ ਸਭ ਯੋਗੀ ਸਿੱਧ ਨਾਥ ਆਪ ਦੇ ਹੁਕਮ ਵਿੱਚ ਚੱਲਣਗੇ। ਤੁਸੀਂ ਇਹਨਾਂ ਸਾਰਿਆਂ ਤੋਂ ਉੱਚੇ ਹੋ ਕੇ ਨਾਥਾਂ ਦੇ ਨਾਥ ਕਹਾਓ ਅਤੇ ਸ਼ੋਭਾ ਪਾਓ। ਗੋਰਖਨਾਥ ਕੋਲੋਂ ਐਸਾ ਸੁਣ ਕੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਸ਼ਬਦ ਦਾ ਉਚਾਰਨ ਕੀਤਾ, ਮੁੰਦਾ ਸੰਤੋਖ ਸਰਮਪਤ ਝੋਲੀ, ਧਿਆਨ ਕੀ ਕਰੈ ਵਿਭੂਤ, ਖਿੰਥਾ ਕਾਲ ਕੁਆਰੀ ਕਾਇਆ, ਜੁਗਤ ਡੰਡਾ ਪ੍ਰਤੀਤ, ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗ ਜੀਤ। ਆਦੇਸ ਤਿਸੈ ਆਦੇਸ, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ। ਸਤਿਗੁਰੂ ਨਾਨਕ ਪਾਤਸ਼ਾਹ ਜੀ ਨੇ ਜਦੋਂ ਐਸਾ ਸ਼ਬਦ ਉਚਾਰਿਆ ਤਾਂ ਗੋਰਖਨਾਥ ਚੁੱਪ ਕਰ ਗਿਆ। ਮੰਗਲਨਾਥ ਨੇ ਗੋਰਖਨਾਥ ਨੂੰ ਕਿਹਾ, ਤੁਸੀਂ ਨਾਨਕ ਜੀ ਨੂੰ ਉਪਦੇਸ਼ ਕਰ ਲਿਆ ਹੈ? ਤਾਂ ਗੋਰਖਨਾਥ ਨੇ ਕਿਹਾ, ਮੈਂ ਤਾਂ ਇਹਨਾਂ ਨੂੰ ਦੇਖ ਹੀ ਰਿਹਾ ਸੀ। ਮੈਂ ਜਾਣਿਆ ਇਹ ਤਾਂ ਪੂਰਨ ਪੁਰਖ ਹਨ। ਗੋਰਖਨਾਥ ਨੇ ਸਤਿਗੁਰੂ ਨਾਨਕ ਪਾਤਸ਼ਾਹ ਜੀ ਨੂੰ ਨਿਰੰਕਾਰੀ ਜੋਤ ਜਾਣਦਿਆਂ ਧੰਨ ਧੰਨ ਕਹਿ ਕੇ ਮੱਥਾ ਟੇਕਿਆ। ਜੋ ਪਹੁੰਚੇ ਹੋਏ ਗਿਆਨਵਾਨ ਨਾਥ ਯੋਗੀ ਸਿੱਧ ਸਨ, ਉਹਨਾਂ ਨੇ ਈਰਖਾ ਛੱਡਦਿਆਂ, ਹਉਮੈ ਨੂੰ ਤਿਆਗਦਿਆਂ ਸਤਿਗੁਰੂ ਨਾਨਕ ਪਾਤਸ਼ਾਹ ਜੀ ਨੂੰ ਨਮਸਕਾਰਾਂ ਕੀਤੀਆਂ ਅਤੇ ਖੁਸ਼ੀਆਂ ਲੈ ਕੇ ਵਾਪਸ ਚਲੇ ਗਏ। ਧੰਨ ਬਾਬਾ ਸ਼੍ਰੀ ਚੰਦ ਜੀ ਨੇ ਇਹ ਸਭ ਕੁਝ ਦੇਖਿਆ ਅਤੇ ਸੁਣਿਆ ਅਤੇ ਗੁਰੂ ਪਿਤਾ ਸਤਿਗੁਰੂ ਨਾਨਕ ਪਾਤਸ਼ਾਹ ਜੀ ਨੂੰ ਨਮਸਕਾਰਾਂ ਕਰਦੇ ਹੋਏ ਕੈਲਾਸ਼ ਪਰਬਤ ਤੋਂ ਵਾਪਸ ਆ ਗਏ। ਜਦੋਂ ਬਾਬਾ ਸ਼੍ਰੀ ਚੰਦ ਜੀ ਕੈਲਾਸ਼ ਪਰਬਤ ਤੋਂ ਵਾਪਸ ਆਏ ਤਾਂ ਥੋੜੇ ਸਮੇਂ ਬਾਅਦ ਹੀ ਬਾਬਾ ਜੀ ਦੀ ਸਮਾਧੀ ਖੁੱਲ੍ਹ ਗਈ। ਭਾਈ ਕਮਲਿਆ ਜੀ ਸਮਾਧੀ ਖੁੱਲ੍ਹੀ ਦੇਖ ਕੇ ਬਹੁਤ ਪ੍ਰਸੰਨ ਹੋਏ। ਬਾਬਾ ਸ਼੍ਰੀ ਚੰਦ ਜੀ ਨੇ ਭਾਈ ਕਮਲਿਆ ਜੀ ਨੂੰ ਕਿਹਾ, ਸਾਨੂੰ ਇਸ਼ਨਾਨ ਕਰਾਓ। ਭਾਈ ਕਮਲਿਆ ਜੀ ਨੇ ਪਾਣੀ ਦੀਆਂ ਗਾਗਰਾਂ ਭਰ ਕੇ ਹਜ਼ੂਰ ਨੂੰ ਇਸ਼ਨਾਨ ਕਰਾਇਆ ਅਤੇ ਪੁੱਛਿਆ, ਪਾਤਸ਼ਾਹ,
ਆਪ ਇੰਨੀ ਦੇਰ ਸਮਾਧੀ ਵਿੱਚ ਲੀਨ ਹੋ ਕੇ ਕਿੱਥੇ ਗਏ ਸੀ? ਆਪਣੇ ਸੇਵਕ ਦੀ ਪਿਆਰ ਭਰੀ ਬੇਨਤੀ ਸੁਣ ਕੇ ਬਾਬਾ ਜੀ ਨੇ ਫਰਮਾਇਆ, ਕੈਲਾਸ਼ ਪਰਬਤ ਤੇ ਜਦੋਂ ਸਾਡੇ ਗੁਰੂ ਪਿਤਾ ਜੀ ਦੀ ਗਿਆਨ ਚਰਚਾ ਗੋਰਖਨਾਥ ਨਾਲ ਹੋ ਰਹੀ ਸੀ ਤਾਂ ਅਸੀਂ ਪਵਨ ਰੂਪ ਹੋ ਕੇ ਗੁਰੂ ਪਿਤਾ ਜੀ ਦੇ ਪਾਸ ਬੈਠੇ ਸਾਂ ਅਤੇ ਸਭ ਕੁਝ ਸੁਣ ਕੇ ਦੇਖ ਕੇ ਵਾਪਸ ਆ ਗਏ ਹਾਂ। ਫਿਰ ਭਾਈ ਕਮਲਿਆ ਜੀ ਨੇ ਬੇਨਤੀ ਕੀਤੀ, ਮਹਾਰਾਜ ਆਪ ਜੀ ਦੇ ਪਵਨ ਰੂਪ ਵਿੱਚ ਕੈਲਾਸ਼ ਪਰਬਤ ਤੇ ਜਾਣ ਦਾ ਹੋਰ ਵੀ ਕਿਸੇ ਨੂੰ ਗਿਆਨ ਸੀ? ਤਾਂ ਬਾਬਾ ਜੀ ਨੇ ਉੱਤਰ ਦਿੰਦਿਆਂ ਕਿਹਾ, ਕਮਲਿਆ ਜੀ, ਇਸ ਦਾ ਭੇਦ ਸਾਡੇ ਗੁਰੂ ਪਿਤਾ ਸਤਿਗੁਰੂ ਨਾਨਕ ਪਾਤਸ਼ਾਹ ਜੀ ਨੂੰ ਸੀ, ਦੂਸਰਾ ਗੋਰਖਨਾਥ ਨੂੰ, ਤੀਸਰਾ ਮੰਗਲਦਾਸ ਨੂੰ, ਚੌਥਾ ਘੁੱਗੂਨਾਥ ਨੂੰ ਅਤੇ ਪੰਜਵਾਂ ਚੰਬਾਨਾਥ ਨੂੰ ਸੀ। ਕੇਵਲ ਇਹੋ ਹੀ ਸਾਨੂੰ ਦੇਖ ਸਕਦੇ ਸਨ, ਹੋਰ ਕਿਸੇ ਨੂੰ ਵੀ ਅਸੀਂ ਨਜ਼ਰ ਨਹੀਂ ਆਏ। ਐਸੇ ਭੇਦ ਦੀਆਂ ਗੱਲਾਂ ਸੁਣ ਕੇ ਭਾਈ ਕਮਲਿਆ ਜੀ ਨੇ ਬਾਬਾ ਜੀ ਨੂੰ ਸਜਦਾ ਕਰਦਿਆਂ ਧੰਨ ਧੰਨ ਕਿਹਾ ਅਤੇ ਮਨ ਗਦ-ਗਦ ਹੋ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।